सोरठ महला नवा। प्रीतम जान लेहो मन माही, अपने सुख स्योही जग फांधियो। को काहू को नाही, प्रीतम जान लेहो मन माही, अपने सुख स्योही जग फांधियो। को काहू को नाही रहाऊ। सुख में आन बहुत मिल बैठत, रहत चाहूं दिस कीरै। विपत परी सब ही संग छाडत, को न आवत नीरै। घर की नार बहुत हित जास्यों, सदा रहत संग लागी। जब ही हंस तजिए काया, प्रेत प्रेत कर भागी। एह बिद को व्यवहार बन्यो है, जास्यों नेह लगायो। अंत बार नानक बिन हर जी, को काम न आयो। एह बिद को व्यवहार बन्यो है, जास्यों नेह लगायो। अंत बार नानक बिन हर जी, को काम न आयो। वाहिगुरु जी का खालसा, वाहिगुरु जी की फतेह। जुगो जुग अटल, चवर छत्र तख्त दे मालक सतगुरु गुरु ग्रंथ साहिब महाराज तिन्हां दी पावन पवित्र हजूरी अंदर सुभायमान गुरु सवारे गुरु प्यारे सत्संगी जन वडभागे हो। सतगुरां दी पावन पवित्र हजूरी अंदर बैठ के रोजाना दी तरह सतगुरु जी पासों शुभ गुणां दी प्राप्ति कर रहे हो। अपार कृपा धन साहिब श्री गुरु ग्रंथ साहिब महाराज जी दी, जिन्हां ने अज फिर पावन मुख वाक राही सानू नवाजिया है। धन धन साहिब श्री गुरु तेग बहादुर साहिब महाराज सोरठ राग दे अंदर साडे ते किरपा कर रहे ने। ये पावन पवित्र बचन मुबारक अंग 634 ते सुभायमान है। संसार दी जो असलियत है, अज दा समा जो ऐसा है, हर कोई आपो अपने सुखां दे नाल भजा होया है। ते मन दे विच इक्को ही ख्याल है कि मेरे कोल सुख होण कुल कायनात दे। इहो ही कारण गुरु अमरदास पातशाह महाराज जी कहंदे,
ਜਿੰਨਾ ਚਿਰ ਤੇ ਕੁਝ ਹੈ ਤੇਰੇ ਕੋਲ, ਤੇਰੀ ਵਾਹ ਵਾਹ ਹੋਏਗੀ, ਪੁੱਛ ਗਿੱਛ ਹੋਏਗੀ। ਪਰ ਜਿੱਦਣ ਜੇਬ ਖਾਲੀ ਹੈ, ਖਾਣ ਨੂੰ ਕੁਝ ਹੈ ਨਹੀਂ, ਉਦਣ ਅਸਲ ਦੇ ਵਿੱਚ ਜੋ ਆਪਣੇ ਸਨ ਉਹੀ ਕਹਿਣਗੇ ਕਿ ਅਸੀਂ ਤੁਹਾਨੂੰ ਨਹੀਂ ਜਾਣਦੇ। ਮੁਬਾਰਕ ਬਾਣੀ ਦਾ ਬਚਨ ਹੈ, ਮਨਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨ ਪਾਏ ਨਿਬੰਧ। ਜਿੱਚਰ ਪਹਿਨਣ ਖਾਵੰਦੀ, ਚਿੱਚਰ ਰੱਖਣ ਗੰਢ, ਜਿਤ ਦਿਨ ਕਿਛੂ ਨਾ ਹੋਵਈ, ਤਿਤ ਦਿਨ ਬੋਲਣ ਗੰਧ। ਆਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਆਪਣੇ ਅੰਦਰ ਇੱਕ ਗੱਲ ਦ੍ਰਿੜ ਕਰ, ਅਕਾਲ ਪੁਰਖ ਗੁਰੂ ਪਰਮਾਤਮਾ ਦੇ ਨਾਮ ਤੋਂ ਬਗੈਰ ਹੋਰ ਕੋਈ ਸ਼ੈ ਤੇਰੇ ਕੰਮ ਆਉਣ ਵਾਲੀ ਨਹੀਂ। ਲੋੜ ਹੋ ਸਕਦੀ ਹੈ, ਜ਼ਰੂਰਤ ਹੋ ਸਕਦੀ ਹੈ, ਉਹ ਵੀ ਸੰਸਾਰ ਤੱਕ ਸੀਮਤ ਹੈ, ਪਰ ਤੋੜ ਨਿਭਣ ਵਾਲੀ ਇੱਕੋ ਇੱਕ ਕਹਿ ਲੋ ਕਿ ਸ਼ੈ ਹੈ, ਇੱਕੋ ਇੱਕ ਵਸਤੂ ਹੈ, ਇੱਕੋ ਇੱਕ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ, ਜੋ ਤੇਰੇ ਨਾਲ ਨਿਭੇਗਾ ਅਰੰਭਤਾ ਤੋਂ ਪਹਿਲਾਂ। ਰਸਨਾ ਕਰੋ ਪਵਿੱਤਰ, ਅਦਬ ਸਹਿਤਾ ਖੋਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਜ ਪ੍ਰਕਾਸ਼ ਗ੍ਰੰਥ ਦਾ ਇੱਕ ਬੜਾ ਮੁਬਾਰਕ ਬਚਨ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਹੋਰ ਅਨੰਨ ਪਿਆਰੇ ਸਿੱਖਾਂ ਨੇ ਜਦੋਂ ਸਿੱਖ ਦੀ ਰਹਿਣੀ ਬਾਰੇ ਪੁੱਛਿਆ, ਜੀਵਨ ਸ਼ੈਲੀ, ਸਿੱਖ ਦਾ ਰਹਿਣ ਬਹਿਣ ਕਿਦਾਂ ਦਾ ਹੋਣਾ ਚਾਹੀਦਾ ਹੈ, ਵਿਆਖਿਆ ਤੇ ਬੜੀ ਲੰਬੇਰੀ ਹੈ। ਉਹਦੇ ਵਿੱਚੋਂ ਮਾਲਕ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਜੋ ਇਸ ਨਾਲ ਸੰਬੰਧਿਤ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸੰਸਾਰ ਦੇ ਜੈਸੇ ਹਾਲਾਤ ਨੇ, ਜੇ ਆਪਣੇ ਕੋਲ ਅਸਲ ਦੇ ਵਿੱਚ ਜਿਹੜਾ ਹੈ ਦੁੱਖ ਹੈ, ਦੂਸਰੇ ਕੋਲ ਸੁੱਖ ਹੈ, ਮਨੁੱਖ ਫਿਰ ਵੀ ਬੜਾ ਝੂਰਦਾ ਹੈ। ਜੇ ਆਪਣੇ ਕੋਲ ਸੁੱਖ ਹੈ, ਦੂਸਰੇ ਕੋਲ ਅਸਲ ਦੇ ਵਿੱਚ ਸੁੱਖ ਹੈ, ਫਿਰ ਵੀ ਮਨੁੱਖ ਜਿਹੜਾ ਹੈ ਸ਼ੁਕਰਾਨਾ ਕਰਨ ਦੀ ਬਜਾਏ ਆਪਣਾ ਸੁੱਖ ਨਾ ਵੇਖ ਕੇ ਦੂਸਰੇ ਦਾ ਸੁੱਖ ਵੇਖ ਕੇ ਤੇ ਝੂਰਦਾ ਹੈ ਕਿ ਇਹਦੇ ਕੋਲ ਸੁੱਖ ਕਿਉਂ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੱਖ ਦਾ ਜੋ ਅਸਲ ਦੇ ਵਿੱਚ ਆਚਰਣ, ਸਿੱਖ ਦੀ ਜੋ ਰਹਿਣੀ ਇਦਾਂ ਦੀ ਹੋਣੀ ਚਾਹੀਦੀ ਹੈ, ਨਿੰਦਾ ਝੂਠ ਨਹਿ ਠਿਠੁਰ ਬਖਾਨੇ, ਮੁਖ ਚੋਂ ਨਿੰਦਾ ਨਾ ਕਿਸੇ ਦੀ ਹੋਵੇ, ਝੂਠ ਨਾ ਬੋਲੇ। ਠਿਠੁਰ ਦਾ ਅਰਥ ਹੈ ਕਠੋਰ ਸ਼ਬਦ। ਨਿੰਦਾ ਝੂਠ ਨਾ ਠਿਠੁਰ ਬਖਾਨੇ, ਪਰ ਦੁਖ ਦੁਖ ਪਰ ਸੁਖ ਸੁਖ ਮਾਨੈ। ਜੋ ਆਪਾਂ ਸਮਝਣਾ ਚਾਹੁੰਦੇ ਹਾਂ, ਪਰ ਦੁਖ ਦੁਖ, ਜੇ ਪਰਾਏ ਨੂੰ ਦੁੱਖ ਆਇਆ ਹੈ ਤੇ ਮਹਿਸੂਸ ਕਰਕੇ ਹਾਂ ਭਈ ਉਹ ਮੇਰਾ ਹੀ ਦੁੱਖ ਹੈ, ਖੁਸ਼ ਨਾ ਹੋ। ਜੇ ਪਰਾਏ ਕੋਲ ਸੁੱਖ ਹੈ ਤੇ ਤਾਂ ਵੀ ਜਿਹੜਾ ਹੈ ਖੁਸ਼ੀ ਮਹਿਸੂਸ ਕਰ, ਕੋਈ ਗੱਲ ਨਹੀਂ, ਅਗਲੇ ਨੇ ਮਿਹਨਤ ਕੀਤੀ ਹੈ, ਸੁੱਖ ਦੀ ਰੋਟੀ ਖਾ ਰਿਹਾ ਹੈ। ਕਹਿਣ ਤੋਂ ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਏਦਾਂ ਦੀ ਜੀਵਨ ਸ਼ੈਲੀ ਹੋਣੀ ਚਾਹੀਦੀ ਹੈ, ਪਰ ਦੁੱਖ ਦੁੱਖ ਪਰ ਸੁਖ ਸੁਖ ਮਾਨੈ। ਪਰਾਇਆ ਦੁੱਖ ਤੈਨੂੰ ਆਪਣਾ ਦੁੱਖ ਲੱਗੇ, ਪਰਾਇਆ ਸੁੱਖ ਤੈਨੂੰ ਆਪਣਾ ਸੁੱਖ ਲੱਗੇ, ਫਿਰ ਅੰਦਰੋਂ ਜਿਹੜਾ ਹੈ ਕੋਈ ਐਸੀ ਬਾਤ ਨਿਕਲੇਗੀ ਨਹੀਂ। ਇਹੋ ਹੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੇਦਾਰੀ ਨੂੰ ਸਮਝਾਈ ਸੀ।
ਭਾਈ ਕਦਾਰੀ ਬਟਾਲੇ ਦਾ ਰਹਿਣ ਵਾਲਾ ਹੈ। ਬੜਾ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਸੀ, ਜੀਵਨ ਵਿਕਾਰਾਂ ਦੇ ਵਿੱਚ ਸੀ ਇਹਦਾ। ਪਰ ਜਦੋਂ ਪਹਿਲੀ ਵਾਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕੋਲ ਆਇਆ ਹੈ, ਸਤਿਗੁਰੂ ਜੀ ਦੇ ਅੱਗੇ ਨਤਮਸਤਕ ਹੋਇਆ ਹੈ ਤੇ ਸਾਹਮਣੇ ਬੈਠਾ ਹੈ ਤੇ ਮਾਲਕ ਨੇ ਬਚਨ ਉਚਾਰ ਦਿੱਤਾ। ਬਚਨ ਆਨੰਦ ਸਾਹਿਬ ਦੀ ਬਾਣੀ ਦੇ ਵਿੱਚੋਂ, ਇਹ ਸ਼ਰੀਰਾ ਮੇਰਿਆ इस जग में आए कह क्या तुद कर्म कमाया, कि कर्म कमाया तुद शरीरा जा तू जग में आया। जिन हर तेरा रचन रचिया सो हर मन न वसाया। मालिक ने जो उस प्रथाए बचन उचारण कीते ने ते नाल नाल कई विद्वान कहन लगे मालिक ने गायन भी करवाया है भाई, क्योंकि गुरु अंदर दे हालातां नूं जाणदा है। ਤੇ ਜਦੋਂ ਉਸਨੇ ਗਾਇਨ ਕੀਤੇ ਨੇ ਮਹਿਸੂਸ ਹੋਇਆ ਕਿ ਹਾਲਤ ਤੇ ਮੇਰੀ ਅੱਜ ਤੱਕ ਮੈਂ ਕੁਛ ਐਸਾ ਕੀਤਾ ਹੀ ਨਹੀਂ। ਜੀਵਨ ਤਬਦੀਲ ਹੋਇਆ, ਐਸੀ ਤਬਦੀਲੀ ਆਈ ਹੈ, ਮਾਲਕ ਨੇ ਜਿਹੜਾ ਉਹਨੂੰ ਪ੍ਰਚਾਰਕ ਥਾਪਿਆ ਆਉਣ ਵਾਲੇ ਸਮੇਂ ਦੇ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਗੱਲ ਨੂੰ ਦ੍ਰਿੜ ਕਰ ਪ੍ਰੀਤਮ ਜਾਣ ਲਿਹੋ ਬਨਮਾਹੀ। ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਸਮਝ ਇਸ ਗੱਲ, ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਸੰਸਾਰ ਜਿਹੜਾ ਹੈ ਆਪਣੇ ਸੁੱਖਾਂ ਲਈ ਹੀ ਸੀਮਤ ਹੈ ਕੇਵਲ। ਉਹ ਨਹੀਂ ਚਾਹੁੰਦਾ ਕਿ ਦੂਸਰੇ ਕੋਲ ਸੁੱਖ ਹੋਣ, ਉਹ ਨਹੀਂ ਚਾਹੁੰਦਾ ਕਿ ਮੇਰੇ ਰਾਹੀਂ ਕਿਤੇ ਦੂਸਰੇ ਦਾ ਭਲਾ ਹੋ ਜਾਵੇ, ਨਹੀਂ ਚਾਹੁੰਦਾ। ਬਹੁਤ ਵਿਰਲੇ ਨੇ ਸੰਸਾਰ ਦੇ ਅੰਦਰ, नहीं तो गुरु तेग बहादुर साहब जी कहते सारे आपो अपने सुखों लिए बचे हुए ने। को काहू को नाही कोई किसी दा नहीं रहाओ, सुख में आन बहुत मिल बैठत रहत चहूं दिस घेरै। जे सुख है अपने कोल बैठणगे, फिर जान पछाण कड्ढणगे, रिश्तेदारी कड्ढणगे, फिर दूरों रिश्तेदारी लिया के जान पछाण लिया के ते फिर कहणगे कि मैं फलाना। जे सुख है तुहाडे कोल तां, नहीं तो कोई नहीं पुछदा। सुख में आन बहुत मिल बैठत रहत चहूं दिस घेरै। चहूं दिस दा चारे पासों घेर के रखदे ने, भई मैं तेरा है। ते मालिक जी कहन लगे पता तो फिर उदों लगदा है, विपत परी सब ही संग छाडत। जदों कोई मुसीबत आ जाए, जीवन दे विच भीड़ा आ जाए, कोई कष्ट आ जाए, कोई रुकावट आ जाए, जिंदगी है कदों की होना पता थोड़ी है। ते जदों इहो जी गल बनदी है ते उदों फिर कोई नेड़े नहीं टुकदा। ਜਿਹੜੇ ਆਲੇ ਦੁਆਲੇ ਬੈਠਦੇ ਸਨ, ਜਿਹੜੇ ਦਾਅਵਾ ਕਰਦੇ ਸਨ ਕਿ ਹਾਂ ਅਸੀਂ ਤੁਹਾਡੇ ਹਾਂ ਜੀ, ਅਸੀਂ ਤੁਹਾਡੇ ਪਿੱਛੇ ਹਾਂ ਜੀ, ਘਬਰਾਇਓ ਨਾ ਤੁਸੀਂ। ਤੇ ਅਖੀਰ ਜਦੋਂ ਇਹ ਮੁਸੀਬਤ ਆਈ, ਕੋਈ ਕਸ਼ਟ ਵਿਘਨ ਆਇਆ, ਉਦੋਂ ਸਭ ਤੋਂ ਪਹਿਲਾਂ ਇਹਨਾਂ ਨੇ ਸਾਥ ਛੱਡਿਆ ਕਿ ਭਈ ਅਸੀਂ ਤੈਨੂੰ ਨਹੀਂ ਜਾਣਦੇ, ਕੌਣ ਹੈ, ਕੀ ਹਾਲਾਤ। इतिहास की घटना इस गल नूं जिहड़ा है दृढ़ करवाउंदी है। जदों भाई महा सिंह सतगुरु गुरु गोबिंद सिंह महाराज जी नूं कहंदा असीं जाना है, साथ छड्डण लगा, उत्थे गल एक मालिक ने समझाई सी कि अज भीड़ा है, अज एक मुसीबत है। मुगलिया हुकूमत ने जिहड़ा है जंग दा ऐलान कीता होया है, घेरा पाया होया है आसिओ पासिओं। साडे अंदर ऐसा कोई खौफ नहीं है, सानू ये डरा नहीं सकते। पर जे तू जाना है ना जी सदके जा, असीं तैनूं रोकांगे नहीं, पर लिख के दे के जा, कल नूं ये ना होवे कोई ये आखे गुरु गोबिंद सिंह महाराज जी दा सिख डर के भज गया। मैं तो कहण जोगा होवांगा ना,
ਸੰਸਾਰ ਨੂੰ ਇਹ ਦਿਖਾਉਣ ਜੋਗਾ ਹੋਵਾਂਗਾ। ਲਿਖ ਕੇ ਇਹ ਜਾ, ਅੱਜ ਤੋਂ ਤੁਸੀਂ ਮੇਰੇ ਗੁਰੂ ਨਹੀਂ, ਮੈਂ ਤੁਹਾਡਾ ਸਿੱਖ ਨਹੀਂ। ਅਗਲੇ ਨੇ ਲਿਖਿਆ, ਸਤਿਗੁਰੂ ਜੀ ਕਹਿੰਦੇ ਜਾਓ। ਐਸੀਆਂ ਬੜੀਆਂ ਘਟਨਾਵਾਂ ਨੇ ਜਿੱਥੇ ਜਿਹੜਾ ਕੋਈ ਮੁਸੀਬਤ ਆਈ, ਭੰਗਾਣੀ ਦੇ ਯੁੱਧ ਵੇਲੇ ਵੀ 500 ਸਿਪਾਹੀ ਜਿਹੜਾ ਪਹਿਲਾਂ ਤਰਲਾ ਲੈ ਕੇ ਆਇਆ ਸੀ, ਸਤਿਗੁਰੂ ਜੀ ਨੇ ਸ਼ਰਨ ਦਿੱਤੀ ਹੈ, ਉਹਨਾਂ ਨੂੰ ਫਿਰ ਤਨਖਾਹ ਵੀ ਦਿੱਤੀ, ਸਭ ਕੁਝ ਦਿੱਤਾ, ਸਹੂਲਤਾਂ ਦਿੱਤੀਆਂ। ਅਖੀਰ ਜਿਹੜਾ ਜਦੋਂ ਜੰਗ ਦਾ ਐਲਾਨ ਹੋਇਆ, ਪਤਾ ਲੱਗਾ ਕਿ ਹਾਂ ਵੀ ਹੁਣ ਜੰਗ ਹੋਣੀ ਹੈ, ਉਹ 500 ਸਿਪਾਹੀ ਇੱਕਦਮ ਕਿੱਧਰ ਗਿਆ ਪਤਾ ਹੀ ਨਹੀਂ ਲੱਗਾ। ਫਿਰ ਉਸ ਤੋਂ ਬਾਅਦ ਭਾਈ ਬੁੱਧੂ ਸ਼ਾਹ ਜੀ ਆਉਂਦੇ ਆਪਣੇ ਮੁਰੀਦਾਂ ਨੂੰ ਲੈ ਕੇ। ਇਸ ਸੰਸਾਰ ਦੇ ਕਹਿ ਲੋ ਹਾਲਾਤ ਨੇ ਇਸ ਪ੍ਰਕਾਰ ਦੇ ਕਿ ਬਿਪਤ ਪਰੀ ਸਭ ਹੀ ਸੰਗ ਛਾੜਤ। ਇਸੇ ਕਰਕੇ ਤੇ ਮਾਲਕ ਸਾਨੂੰ ਸਮਝਾਉਂਦੇ ਨੇ, ਅਸਲ ਦੇ ਵਿੱਚ ਜਿਹੜਾ ਹੈ ਸੰਸਾਰ ਦੇ ਅੰਦਰ ਸਿਆਣਿਆਂ ਦਾ ਵੀ ਇੱਕ ਤਜਰਬਾ ਹੈ। ਉਹ ਵੀ ਇੱਕ ਗੱਲ ਕਹਿੰਦੇ ਨੇ ਕਿ ਗਿਣਤੀ ਜਦੋਂ ਵੀ ਕਰਨੀ ਹੈ, ਦੁੱਖ ਵੇਲੇ ਕਰਿਓ, ਤੁਹਾਡੇ ਕੋਲ ਕਿਤਨੇ ਕੁ ਨੇ, ਸੁੱਖ ਵੇਲੇ ਦੀ ਗਿਣਤੀ ਕਦੀ ਨਾ ਕਰਿਓ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਕਿ ਸੱਚੀ ਦੁੱਖ ਵੇਲੇ ਹੀ ਗਿਣਤੀ ਕਰਿਓ, ਸੰਸਾਰ ਦੀ ਤੁਹਾਡੇ ਨਾਲ ਕਿੰਨੇ ਖੜੇ ਨੇ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇੜੈ। ਕੋਈ ਨੇੜੇ ਨਹੀਂ ਟੁਕਦਾ। ਕਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਘਰ ਦੀ ਇਸਤਰੀ ਬੜਾ ਪਿਆਰ ਹੈ ਜੀਵ ਦੇ ਨਾਲ, ਪਤੀ ਆਪਣੇ ਦੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਹਮੇਸ਼ਾ ਨਾਲ ਰਹਿੰਦੀ ਹੈ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਪਰ ਜਦੋਂ ਜੀਵਾਤਮਾ ਨਿਕਲਦੀ ਹੈ, ਸਰੀਰ ਵਿੱਚੋਂ ਆਤਮਾ ਨਿਕਲਦੀ ਹੈ, ਉਦੋਂ ਇਹ ਕਹਿ ਕੇ ਫਿਰ ਦੂਰ ਹੋ ਜਾਂਦੀ ਹੈ ਕਿ ਇਹ ਗੁਜ਼ਰ ਗਿਆ ਹੈ, ਖਤਮ ਹੋ ਗਿਆ। ਪ੍ਰੇਤ ਦਾ ਅਰਥ ਇੱਥੇ ਭੂਤ ਨਹੀਂ ਹੈ। ਪ੍ਰੇਤ ਦਾ ਅਰਥ ਅਸਲ ਦੇ ਵਿੱਚ ਹੈ ਗੁਜ਼ਰ ਗਿਆ, ਖਤਮ ਹੋ ਗਿਆ। ਭੂਤਕਾਲ ਆਪਾਂ ਕਹਿੰਦੇ ਹਾਂ, ਭਾਵ ਜਿਹੜਾ ਪਾਸਟ ਹੈ, ਗੁਜ਼ਰ ਚੁੱਕਿਆ ਸਮਾਂ, ਉਸ ਨੂੰ ਮੁਤਾਬਕ ਆਪਾਂ ਜਿਹੜਾ ਇਹਦੇ ਅਰਥ ਕਰਾਂਗੇ ਕਿ ਪ੍ਰੇਤ ਪ੍ਰੇਤ ਕਰ ਭਾਗੀ। ਇਹ ਗੁਜ਼ਰ ਗਿਆ ਹੈ, ਹੁਣ ਇਹਦੇ ਵਿੱਚ ਆਤਮਾ ਨਹੀਂ ਹੈ, ਇਹ ਕੇਵਲ ਮਿੱਟੀ ਹੈ, ਸਾਈਡ ਤੇ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਸਿਓ ਨੇਹ ਲਗਾਇਓ। ਇਸ ਸੰਸਾਰ ਦਾ ਵਿਵਹਾਰ ਇਦਾਂ ਦਾ ਹੈ, ਵਿਵਹਾਰ ਜਿਹੜਾ ਹੈ ਇਸ ਪ੍ਰਕਾਰ ਦਾ ਹੈ, ਸੰਸਾਰ ਨੇ ਜਿਹਦੇ ਨਾਲ ਪਿਆਰ ਪਾਇਆ ਹੋਇਆ ਹੈ, ਇਹ ਮਾਹੌਲ ਇਦਾਂ ਦਾ। ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮ ਨਾ ਆਇਓ। ਪਰ ਚੇਤੇ ਰੱਖਿਓ, ਅੰਤ ਵੇਲੇ, ਅਖੀਰਲੇ ਵੇਲੇ ਗੁਰੂ ਪਰਮਾਤਮਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਨੇ ਸਾਥ ਨਹੀਂ ਨਿਭਣਾ। ਸਾਥ ਦੇਣ ਵਾਲਾ ਕੇਵਲ ਪਰਮਾਤਮਾ ਦਾ ਨਾਮ ਹੈ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਕਾਇਨਾਤ ਦੀ, ਇਹ ਸੰਸਾਰ ਦੇ ਹਾਲਾਤ ਐਸੇ ਨੇ, ਸੁੱਖਾਂ ਲਈ ਤੁਹਾਡੇ ਸਾਥੀ ਨੇ, ਦੁੱਖ ਨਾਲ ਕੋਈ ਵੀ ਤੁਹਾਡੇ ਨਾਲ ਨਿਭਣ ਵਾਲਾ ਨਹੀਂ, ਤੇ ਨਾ ਸਦੀਵੀ ਕੋਈ ਨਿਭਣ ਵਾਲਾ ਹੈ। ਕੇਵਲ ਵਾਹਿਗੁਰੂ ਦਾ ਨਾਮ ਹੀ ਸਾਥ ਦਿੰਦਾ ਹੈ, ਸਾਥ ਨਿਭਦਾ ਹੈ। ਇਸ ਲਈ ਸੰਸਾਰ ਦੇ ਵਿੱਚ ਵਿਚਰਦੇ ਹੋਏ, ਪਰਿਵਾਰ ਵਿੱਚ ਰਹਿੰਦੇ ਹੋਏ, ਮੋਹ ਤੋਂ ਨਿਰਲੇਪ ਹੋ ਕੇ ਅਸੀਂ ਪਰਮਾਤਮਾ ਦਾ ਨਾਮ ਜਪੀਏ, ਅਕਾਲ ਪੁਰਖ ਦੀ ਸਿਫਤੋ ਸਲਾਹ ਦੇ ਵਿੱਚ ਜੁੜੇ ਰਹੀਏ, ਤੇ ਲੋਕ ਵੀ ਸੁਖੀ ਹੋਏਗਾ ਤੇ ਪਰਲੋਕ ਵੀ ਸੁਹੇਲਾ ਹੋਏਗਾ। ਗੁਰੂ ਕਿਰਪਾ ਕਰੇ, ਬਚਨ ਹਿਰਦਿਆਂ ਵਿੱਚ ਵਸਣ ਜੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।